बोले सोने हाल सास भी अकाल। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੋਂ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਤੇ ਸਿੱਖ ਰਾਜ ਦਾ ਵੱਖਰਾ ਆਨੰਦ। ਸਰਕਾਰਾਂ ਦੀਆਂ ਬਦਨੀਤੀਆਂ ਤੇ ਸਿੱਖ ਕੌਮ ਦੇ ਹਿਰਦਿਆਂ ਤੇ ਲੱਗੇ ਹੋਏ ਫੱਟ। ਸਿੱਖੀ ਉੱਤੇ ਸਵਾਲ ਕਰਨ ਵਾਲਿਆਂ ਨੂੰ ਦਿੱਤੇ ਜਾ ਰਹੇ ਜਵਾਬ। ਜੁੜੋ ਪ੍ਰੋਗਰਾਮ ਸਿੱਖੀ ਫॉर ਯੂਥ ਵਿੱਚ ਹਰੇਕ ਮੰਗਲਵਾਰ 4:30 ਵਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਜੀ ਪ੍ਰੋਗਰਾਮ ਸਿੱਖੀ ਫॉर ਯੂਥ ਦੇ ਵਿੱਚ। ਦਾਸਤਾਨਾ ਰਾਜਵੀਰ ਸਿੰਘ। ਅੱਜ ਅਸੀਂ ਗੱਲ ਕਰਾਂਗੇ ਸਿੱਖੀ ਬਾਰੇ। ਸਾਡਾ ਪ੍ਰੋਗਰਾਮ ਇਹ ਹਮੇਸ਼ਾ ਹਰੇਕ ਵੀਕ ਤੁਸੀਂ ਦੇਖਦੇ ਆ ਅਤੇ ਹਰੇਕ ਵੀਕ ਇਹੀ ਗੱਲ ਅਸੀਂ ਕਰਦੇ ਹੁੰਦੇ ਹਾਂ ਕਿ ਨੌਜਵਾਨਾਂ ਨੂੰ ਕਿਸ ਤਰ੍ਹਾਂ ਅਸੀਂ ਸਿੱਖੀ ਦੇ ਵਿੱਚ ਲਿਆਈਏ, ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗੇ ਸਿੱਖੀ ਬਾਰੇ। ਸੋ ਇਸੇ ਕਰਕੇ ਅਸੀਂ ਪ੍ਰੋਗਰਾਮ ਜ਼ਿਆਦਾਤਰ ਰੱਖਦੇ ਹੁੰਦੇ ਹਾਂ ਅੰਗਰੇਜ਼ੀ ਦੇ ਵਿੱਚ, ਪਰ ਸ਼ੁਰੂ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਵਿੱਚ ਅਸੀਂ ਜ਼ਰੂਰ ਗੱਲ ਕਰਦੇ ਹੁੰਦੇ ਹਾਂ, ਕਿਉਂਕਿ ਟੌਪਿਕ ਜਿਹੜਾ ਆ ਪੰਜਾਬੀ ਦੇ ਵਿੱਚ ਅਸੀਂ ਰੱਖਦੇ ਹੁੰਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਅੰਗਰੇਜ਼ੀ ਦੇ ਵਿੱਚ ਇਹਦੇ ਬਾਰੇ ਦੇਖਦੇ ਹਾਂ। ਹੋਰ ਸੋਰਸਿਸ ਵੱਲ ਅਸੀਂ ਦੇਖਦੇ ਹਾਂ, ਇਕੱਲੇ ਸਿੱਖ ਧਰਮ ਬਾਰੇ ਨਹੀਂ ਆਪਾਂ ਦੇਖਦੇ, ਹੋਰ ਕਿਹੜੇ ਕਿਹੜੇ ਰਿਲੀਜਨਸ ਇਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਆ ਅਤੇ ਇਹਦੇ ਨਾਲ ਫਿਰ ਸਾਨੂੰ ਕੀ ਸਿੱਖਿਆ ਮਿਲਦੀ ਆ ਸਿੱਖੀ ਬਾਰੇ, ਕਿ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਧਿਆਨ ਰੱਖਣਾ ਚਾਹੀਦਾ। ਸਿੱਖੀ ਦੇ ਉੱਤੇ ਖੜ੍ਹੇ ਹੋਏ ਸਵਾਲਾਂ ਨੂੰ, ਸ਼ੰਕਿਆਂ ਨੂੰ ਅਸੀਂ ਟਰਾਈ ਕਰਦੇ ਹੁੰਦੇ ਹਾਂ, ਐਵੀਡੈਂਸ ਦੇ ਆਧਾਰ 'ਤੇ ਅਸੀਂ ਦੂਰ ਕਰੀਏ। ਸੋ ਸਾਰਿਆਂ ਨੂੰ ਜ਼ਰੂਰ ਬੇਨਤੀ ਆ ਕਿ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਐਵੀਡੈਂਸ ਦੇ ਆਧਾਰ 'ਤੇ ਸਾਨੂੰ ਗੱਲ ਕਰਨੀ ਚਾਹੀਦੀ ਆ। ਸੋ ਇਸ ਕਰਕੇ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਐਵੀਡੈਂਸ ਦੇ ਆਧਾਰ 'ਤੇ ਅਸੀਂ ਗੱਲ ਕਰਦੇ ਹੁੰਦੇ ਹਾਂ। ਸੋ ਅੱਜ ਦਾ ਜਿਹੜਾ ਟੌਪਿਕ ਅਸੀਂ ਰੱਖਿਆ ਆ, ਵੈਸੇ ਸ਼ਹੀਦੀ ਉਹਨਾਂ ਦੀ 2 ਦਿਨ ਪਹਿਲਾਂ ਸੀਗੀ, ਪਰ ਅੱਜ ਗੱਲ ਬਣਦੀ ਆ ਕਿ ਅਸੀਂ ਗੱਲ ਕਰੀਏ ਭਾਈ ਜਸਵੰਤ ਸਿੰਘ ਖਾਲੜੇ ਬਾਰੇ ਅਤੇ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀਗਾ। ਕਿਉਂਕਿ ਅੱਜ ਦਾ ਜਿਹੜਾ ਅਸੀਂ ਟੌਪਿਕ ਰੱਖਿਆ ਆ, ਅਸੀਂ ਇਹ ਟੌਪਿਕ ਰੱਖਿਆ ਕਿ ਹਾਊ ਕੈਨ ਵੀ ਚੈਲੰਜ ਦ ਡਾਰਕਨੈਸ। ਖਾਲਸਾ ਪੰਥ ਕਿਸ ਤਰ੍ਹਾਂ ਜਦੋਂ ਦਾ ਹੋਂਦ ਵਿੱਚ ਆਇਆ, ਕਿਸ ਤਰ੍ਹਾਂ ਖਾਲਸਾ ਪੰਥ ਨੇ ਅੱਜ ਤੱਕ ਡਾਰਕਨੈਸ ਨੂੰ ਚੈਲੰਜ ਕੀਤਾ ਆ, ਅਤੇ ਹੁਣ ਅਸੀਂ ਅੱਗੇ ਤੋਂ ਕਿਸ ਤਰ੍ਹਾਂ ਅਸੀਂ ਡਾਰਕਨੈਸ ਨੂੰ ਚੈਲੰਜ ਕਰ ਸਕਦੇ ਆ। ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਡਾਰਕਨੈਸ ਸਾਰੇ ਪਾਸੇ ਫੈਲਿਆ ਹੋਇਆ ਹੈ, ਨੈਗੇਟਿਵਿਟੀ ਸਾਰੇ ਪਾਸੇ ਫੈਲਿਆ ਹੋਇਆ, ਇਹਦੇ ਨਾਲ ਡਾਰਕਨੈਸ ਸਾਰੇ ਪਾਸੇ ਫੈਲ ਚੁੱਕਾ ਆ। ਸੋ ਸਾਨੂੰ ਹੁਣ ਧਿਆਨ ਦੇਣਾ ਚਾਹੀਦਾ ਕਿ ਅਸੀਂ ਉਸ ਡਾਰਕਨੈਸ ਨੂੰ ਕਿੱਦਾਂ ਅਸੀਂ ਚੈਲੰਜ ਕਰੀਏ। ਅਸੀਂ ਥੋੜ੍ਹੀ ਜਿਹੀ ਦੇਰ ਦੇ ਵਿੱਚ ਇੱਕ ਵੀਡੀਓ ਵੀ ਤਿਆਰ ਰੱਖਾਂਗੇ ਤੁਹਾਡੇ ਵਾਸਤੇ, ਜਿਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜੇ ਦੀ ਜਿਹੜੀ ਸਪੀਚ, ਜਿਹਦੇ ਵਿੱਚ ਉਹਨਾਂ ਨੇ ਡਾਰਕਨੈਸ ਬਾਰੇ ਗੱਲ ਕੀਤੀ ਆ, ਉਹ ਵੀ ਤੁਸੀਂ ਸਰਵਣ ਕਰ ਸਕਦੇ ਆ। ਉਸ ਤੋਂ ਜਾਣ ਤੋਂ ਪਹਿਲਾਂ ਅਸੀਂ ਥੋੜ੍ਹੇ ਜਿਹੇ ਤੁਹਾਨੂੰ ਉਦਾਹਰਨ ਦੇਵਾਂਗੇ, ਇਤਿਹਾਸ ਦੇ ਪੰਨੇ ਦੇ ਵਿੱਚ ਅਸੀਂ ਫੋਲਾਂਗੇ ਅਤੇ ਜਾ ਕੇ ਦੇਖਾਂਗੇ ਕਿ ਕਿਸ ਤਰ੍ਹਾਂ ਖਾਲਸੇ ਪੰਥ ਨੇ ਅੱਜ ਤੱਕ ਆਪਣੀ ਸਿੱਖੀ ਜਿਹੜੀ ਆ ਕਾਇਮ ਕੀਤੀ ਆ। ਹਾਊ ਵਾਜ਼ ਦ ਖਾਲਸਾ ਪੰਥ ਰਿਮੇਨਡ ਸੁਤੰਤਰ, ਰਿਮੇਨਡ ਇੰਡੀਪੈਂਡੈਂਟ ਡਿਊਰਿੰਗ ਡਾਰਕ ਟਾਈਮਸ। ਸ਼ੁਰੂ ਤੋਂ ਜੇ ਆਪਾਂ ਦੇਖੀਏ ਖਾਲਸਾ ਪੰਥ ਦੀ ਹੋਂਦ ਜਦੋਂ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ of 1699 when Guru Gobind Singh Ji Maharaj created the Khalsa Panth, one of the first reasons that he created the Khalsa Panth for was that this idea that at the time there weren't people who could protect others। ਲੋਕੀ ਆਪਣਾ ਬਚਾਅ ਨਹੀਂ ਕਰ ਸਕਦੇ ਸੀ, ਅਤੇ ਹੁਣ ਗੁਰੂ ਸਾਹਿਬ ਨੇ ਇਹੋ ਜਿਹਾ ਪੰਥ ਬਣਾ ਦਿੱਤਾ ਹੈ ਜਿਹੜਾ ਸਾਰਿਆਂ ਦਾ ਬਚਾਅ ਕਰਦਾ। ਸੋ ਦਿਸ ਇਜ਼ what our ਪੰਥ ਇਜ਼ for। ਸਾਡਾ ਪੰਥ ਇਹ ਨਹੀਂ ਆ ਕਿ ਇਕੱਲੇ ਅਸੀਂ ਆਪਣੇ ਬਾਰੇ ਸੋਚੀ ਜਾਈਏ। ਸਾਡਾ ਪੰਥ ਬਣਿਆ ਦੂਜਿਆਂ ਵਾਸਤੇ, ਅਸੀਂ ਦੂਜਿਆਂ ਵਾਸਤੇ ਜਿਹੜੀ ਆ ਅਸੀਂ ਲੜ ਕੇ ਮਰਨਾ। ਇਹ ਗੱਲ ਜਿਹੜੀ ਆ ਇਹ ਕਈ ਵਾਰੀ ਅਸੀਂ ਵਿਚਾਰ ਦਿੰਦੇ ਹਾਂ ਕਿ ਕਿਉਂਕਿ ਸਾਡੇ ਨਾਲ ਧੱਕੇ ਵੀ ਬਹੁਤ ਹੋਏ ਆ, ਸਾਡੇ ਨਾਲ ਗਦਾਰੀਆਂ ਵੀ ਬਹੁਤ ਹੋਈਆਂ ਆ। ਸੋ ਇਸ ਕਰਕੇ ਕਈ ਵਾਰੀ ਅਸੀਂ ਉਸ ਗੱਲ ਨੂੰ ਪਿੱਛੇ ਰੱਖਦੇ ਹੁੰਦੇ ਹਾਂ। ਪਰ ਸ਼ੁਰੂ ਤੋਂ ਇਹ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹਾਲੇ ਤੱਕ ਸਾਡੇ ਸਿੱਖ ਪੰਥ ਦੇ ਵਿੱਚ, ਜੇ ਸਾਡਾ ਜਿਹੜਾ ਸਿੱਖ ਪੰਥ ਆ ਉਹ ਹਾਲੇ ਤੱਕ ਜਿਉਂਦਾ ਆ, ਤਾਂ ਜਿਉਂਦਾ ਉਹਨਾਂ ਲੋਕਾਂ ਦੇ ਸਿਰਾਂ 'ਤੇ ਆ ਜਿਹੜੇ ਸ਼ਹੀਦਾਂ ਸਿੰਘਾਂ ਨੇ ਇਹੋ ਜਿਹਾ ਇਤਿਹਾਸ ਉਹਨਾਂ ਨੇ ਲਿਖਿਆ ਆ। The Shaheed Singhs that have such a great and rich ityas, the only reason why we are still standing at the moment is because those Shaheed Singhs were ready at all times। ਹੁਣ ਲੋੜ ਆ ਸਾਨੂੰ ਕਿ ਅਸੀਂ ਉਹਨਾਂ ਵਰਗੇ ਬਣੀਏ। We need to turn into those Shaheed Singhs again। ਸਾਨੂੰ ਕਈ ਵਾਰੀ ਜੰਗ ਲੜਨ ਦੀ ਲੋੜ ਨਹੀਂ ਪੈਂਦੀ, ਅਸੀਂ
ਬੋਲਾਂ ਦੇ ਵਿੱਚ ਹੀ ਕਿਸੇ ਨਾਲ ਮੁਕਾਬਲਾ ਕਰ ਸਕਦੇ ਆ। ਯੂ ਕੈਨ ਡਿਬੇਟ ਵਿਦ ਸਮਵਨ, ਯੂ ਕੈਨ ਰਾਈਟ ਲੈਟਰਸ। ਕੋਈ ਵੀ ਚੀਜ਼ ਦੇ ਨਾਲ ਤੁਸੀਂ ਜਿਹੜਾ ਆ ਇਹ ਗੱਲ ਐਸਟੈਬਲਿਸ਼ ਕਰਨੀ ਆ ਕਿ ਤੁਸੀਂ ਵੱਖਰਾ ਪੰਥ ਆ। ਅਤੇ ਹਾਲੇ ਤੱਕ ਇਹੀ ਅੱਜ ਕੱਲ੍ਹ ਸਰਕਾਰਾਂ ਦੀ ਜਿਹੜੀ ਆ ਚਾਲ ਆ, ਇਹੀ ਕਈ ਭੈੜੇ ਲੋਕਾਂ ਦਾ ਇਹ ਚਾਲ ਆ ਕਿ ਅਸੀਂ ਖਾਲਸੇ ਪੰਥ ਨੂੰ ਦੀ ਜਿਹੜੀ ਸੁਤੰਤਰਨੈਸ ਆ, the way that the Khalsa Panth is different from other people, let's try and destroy that. ਪਰ ਹਾਲੇ ਤੱਕ ਜਿਹੜਾ ਮੈਂ ਕਹਿੰਦਾ ਕਿ ਗੁਰੂ ਸਾਹਿਬ ਨੇ ਆਪਣਾ ਹੱਥ ਰੱਖ ਕੇ ਖਾਲਸੇ ਪੰਥ ਨੂੰ ਹਾਲੇ ਤੱਕ ਬਚਾਇਆ ਆ। ਅੱਜ ਬਹੁਤ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਸਿੱਖੀ ਮੁੱਕ ਗਏ ਆ, ਸਿੱਖੀ ਮੁੱਕ ਗਈ ਆ, ਸਿੱਖੀ ਮੁੱਕ ਗਈ ਆ। ਪਰ ਜਦੋਂ ਅਸੀਂ ਵੀਡੀਓਜ਼ ਦੇਖਦੇ ਆ ਕਿ ਹਾਲੇ ਤੱਕ ਸਿੱਖ ਜਿਹੜੇ ਆ ਉਹ ਲੋਕਾਂ ਨੂੰ ਭਜਾਈ ਫਿਰਦੇ ਆ, ਜਾਂ ਹਾਲੇ ਤੱਕ ਸਿੱਖ ਜਿਹੜੇ ਆ ਉਹ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਆ, ਤਾਂ ਫਿਰ ਮਨ ਨੂੰ ਵੀ ਖੁਸ਼ੀ ਹੁੰਦੀ ਆ ਕਿ ਹਾਲੇ ਤੱਕ ਸਿੱਖੀ ਮਰੀ ਨਹੀਂ ਅਤੇ ਨਾ ਹੀ ਕਦੇ ਮਰ ਸਕਦੀ। ਸੋ one great example of this idea of the Khalsa Panth you can find in actually Greek mythology. Now ਛੋਟੇ ਹੁੰਦੇ ਮੈਨੂੰ ਸ਼ੌਂਕ ਹੁੰਦਾ ਸੀ that I was really interested in Greek mythology, because the one thing I found in Greek mythology is that Greek mythology was very similar to our concepts of thinking. ਜਿੱਦਾਂ ਸਿੱਖ ਪੰਥ ਦੇ ਵਿੱਚ ਸਾਡਾ ਯੋਧਿਆਂ ਦਾ ਇਤਿਹਾਸ ਆ, ਵੱਡੇ ਵੱਡੇ ਯੋਧਿਆਂ ਦਾ ਇਤਿਹਾਸ ਆ, ਇਸੇ ਤਰ੍ਹਾਂ ਗ੍ਰੀਕ ਮੈਥੋਲੋਜੀ ਦੇ ਵਿੱਚ ਵੀ ਵੈਸੇ ਹੈਗੀ ਤਾਂ ਇਤਿਹਾਸ ਆ, ਪਰ ਫਿਰ ਵੀ ਉਹਨਾਂ ਦੇ ਵਿੱਚ ਇਹੋ ਜਿਹੇ ਯੋਧੇ ਸੀਗੇ ਜਿਹੜੇ ਕਿਸੇ ਰੀਜ਼ਨ ਕਾਰਨ ਲੜਦੇ ਸੀ, ਜ਼ਿਆਦਾਤਰ ਉਹ ਦੂਜਿਆਂ ਕਾਰਨ ਲੜਦੇ ਹੁੰਦੇ ਸੀ। If we look at the ਇਤਿਹਾਸ of Achilles, so Achilles, who's famously known for his heel where he was weak for one part, or we look at Hercules, or we look at some of the other great Greek heroes. A lot of them fought for someone else. One of the greatest kings in Spartan history, so one of the greatest kings in the warrior culture's history, was King Leonidas, who sent 300 soldiers to fight against a huge army of Persians. Now, what we can find very similar is this idea of an adamas. So an adamas, you can see the picture on the screen as well. Adamas was this kind of concept of this pure, elate diamond, this kind of hira that is absolutely indestructible. So this is the kind of hira that Guru Sahib has created for us, in a sense, that our Khalsa Panth is this hira. It's something that can't be destroyed. However, just like the adamas, if you read the history of the adamas eventually lost its shine because people tainted it. In the same way as the Khalsa Panth is slowly losing its shine because we are allowing people to talk for us. We're not doing the talking ourselves. We're letting non-Sikhs control what we think. We don't have Sikh parties anymore. We're not strict on our rhet. We don't have certain ideas that we used to have back in the days. So there are lots and lots of things now that are causing this hira of the Khalsa Panth to lose its shine. But ਹੁਣ important ਆ, ਸਾਡੇ ਵਾਸਤੇ ਵੀ ਜ਼ਰੂਰੀ ਆ ਕਿ ਉਸ ਹੀਰੇ ਨੂੰ ਅਸੀਂ ਦੁਬਾਰਾ ਚਮਕਾਈਏ. So let's get back to this original idea that what is also known as Sabalize the Philosopher's Stone. Now, the Philosopher's Stone is also a very similar concept that you can find in Norse mythology as well. And it's this idea of this stone that gave such immense power to some of the biggest Norse gods as well. So it's a very, very similar concept that we find everywhere. But what I can say very clearly is that the Khalsa Panth has been the embodiment of this object that gave power to other people. The Khalsa Panth is like that object. We give power to other people. When the Khalsa Panth stands together, then there is no takht, there is no government, there is no anything that can knock the Khalsa Panth back. But the idea is that we have to be together in the first place. ਸਾਨੂੰ ਲੋੜ ਹੈ ਅੱਜ ਕਿ ਅਸੀਂ ਪਹਿਲਾਂ ਇਕੱਠੇ ਹੋਈਏ, ਇਕੱਠੇ ਹੋ ਕੇ ਫਿਰ ਜਦੋਂ ਅਸੀਂ ਚੱਲਾਂਗੇ ਫਿਰ ਹੀ ਸਾਡਾ ਜਿਹੜਾ ਆ ਇਹ ਜਿਹੜਾ ਅਸੀਂ ਮੰਗਦੇ ਹਾਂ ਕਿ ਸਾਡਾ ਆਪਣਾ ਖਾਲਸਾ ਰਾਜ ਹੋਵੇ, ਸਾਡਾ ਆਪਣਾ ਜਿਹੜਾ ਸਿੱਖ ਪੰਥ ਆ ਉਹ ਸੁਰੱਖਿਅਤ ਰਵੇ. Whatever we're asking for, we can only do that as long as we're strong in ourselves first. The Gore have this really interesting saying that's, to first have, to be able to build strength, you have to have strength. Right? So if you want to be able to build up strength in a certain concept, you have to make sure you're strong yourself. In the same way, the Khalsa Panth, at the moment, we're asking for our Raj, we're asking for our Desh, all that kind of stuff is good. It keeps up awareness, but we need to make sure first that we are strong in ourselves. ਪਹਿਲਾਂ ਸਾਨੂੰ ਆਪਣੇ ਆਪ ਤੇ each individual needs to be a ਪੱਕਾ Sikh first. ਫਿਰ ਅਸੀਂ ਜਿਹੜਾ ਉਹ ਖਾਲਸਾ ਰਾਜ ਦੁਬਾਰਾ ਅਸੀਂ ਲਿਆ ਸਕਦੇ ਹਾਂ ਪੰਥ ਦੇ ਵਿੱਚ. Another great example whenever we look through history of how Sikhs have destroyed the darkness and how they've almost brought this amazing light to the world
without people actually understanding it, is the ityas of Bhai Bota Singh and Bhai Garja Singh. Now you can see their picture on the screen as well, and you'll have this idea. You've probably heard about their ityas as well. But what's interesting is the way they set this Khalsa royal tax, this tax on being able to pass a toll, for being able to pass on this certain bridge, when the Mughals said very clearly that we have now destroyed the Sikhs by Bota Singh, by Garja Singh, first kill those two Mughals, and they set up a Khalsa tax. And they said if anyone wants to go past this certain area, if you want to cross this bridge, you have to pay the Khalsa tax to the Khalsa Panth. And this is now renowned throughout the whole world and throughout the whole Sikh Vidwan world as this first establishment of the Khalsa Raj. This is now what is regarded to as the first establishment of the Sikh Khalsa Raj over the world. And it's this idea that even in a time where the Sikhs had no control over what was going on, in the times of the Mughals where Sikhs were being pulled out of their homes, killed, where Sikhs were being hunted, where they had to live in jungles, all in those kind of times, it was the Sikhs who remained Satantar, remained pure. And this is this idea of this Khalsa Raj that we need to bring back. What the Khalsa was in the first place, that's what we need to try and bring back to our Panth now. When the Khalsa was this amazing new establishment that Guru Gobind Singh Ji Maharaj created, ਪਹਿਲਾਂ ਉਹ ਖਾਲਸਾ ਹੁੰਦਾ ਸੀ, ਹੁਣ ਫਰਕ ਦੇਖੋ ਖਾਲਸੇ ਦੇ ਵਿੱਚ। ਕਦੇ ਬਾਬਾ ਦੀਪ ਸਿੰਘ ਵਰਗੇ ਜਿਹੜੇ ਯੋਧੇ ਸੀਗੇ, ਉਹ ਇੱਕ ਖਾਲਸਾ ਪੰਥ ਹੁੰਦਾ ਸੀ। ਹੁਣ ਸਾਡਾ ਖਾਲਸਾ ਪੰਥ ਆ। ਸਾਡੇ ਖਾਲਸਾ ਜਿਹੜੇ ਕਾਲਜਸ ਜਿਹਨੂੰ ਕਹਿੰਦੇ ਆ ਖਾਲਸਾ ਕਾਲਜ, ਉੱਥੇ ਗੱਤਕੇ ਨਾਲ ਉੱਥੇ ਭੰਗੜੇ ਦੀ ਜਿਹੜੀਆਂ ਟੀਮਾਂ ਆ ਉਹ ਜ਼ਿਆਦਾ ਮਸ਼ਹੂਰ ਆ। ਐਂਡ ਦ ਸੇਮ ਸਿੱਖਸ, ਸਰਦਾਰ ਬਘੇਲ ਸਿੰਘ ਵਰਗੇ ਸਿੰਘ ਜਿਨ੍ਹਾਂ ਨੇ ਦਿੱਲੀ ਨੂੰ 19 ਵਾਰੀ ਫਤਿਹ ਕੀਤੀ, ਉਹੀ ਜਿਹੜੇ ਸਿੱਖ ਆ ਅੱਜ ਹੁਣ ਉੱਥੇ ਦੂਜਿਆਂ ਵਾਸਤੇ ਉੱਥੇ ਭੰਗੜੇ ਪਾ ਰਹੇ ਆ। So it's quite interesting now how the Khalsa Panth has devolved. We've not evolved in any sort of way. Everyone keeps saying the Khalsa Panth is modern now. ਅਸੀਂ modern ਨਹੀਂ ਹੋ ਚੁੱਕੇ, ਅਸੀਂ ਸਮਝ ਕੇ ਹੋਰ ਪਿੱਛੇ ਚਲੇ ਗਏ ਆ। ਸਾਡਾ ਉਸ ਥਾਂ ਤੇ, and it always makes me laugh when I think about it, ਲਾਲ ਕਿਲਾ ਅਸੀਂ ਜਿੱਤਿਆ, ਲਾਲ ਕਿਲਾ 19 ਵਾਰੀ ਅਸੀਂ ਜਿੱਤਿਆ, ਤੇ ਤਾਂ ਵੀ ਹੁਣ ਅਸੀਂ ਪਿੱਛੇ ਰਹਿ ਗਏ ਹਾਂ। ਹੁਣ ਅਸੀਂ ਦੂਜਿਆਂ ਵਾਸਤੇ ਉੱਥੇ ਜਾ ਕੇ ਨੱਚਦੇ ਹਾਂ। ਇਹ ਸਾਡੀ ਜਿਹੜੀ ਸੋਚ ਹੈ ਇਹ ਕਦੋਂ ਬਦਲ ਗਈ ਹੈ। ਇੰਨੀ ਸੋਚ ਸਾਡੀ, ਪਹਿਲਾਂ ਸਾਡੇ ਮਨ 'ਚ ਇਹ ਹੁੰਦਾ ਸੀ ਕਿ ਅਸੀਂ ਟੌਪ ਦਾ ਰਾਜ ਬਣਾਉਣਾ, ਹੁਣ ਅਸੀਂ ਕਹਿ ਹੀ ਜਾਂਦੇ ਹਾਂ ਅਸੀਂ ਕੈਲੀਫੋਰਨੀਆ ਬਣਾਉਣਾ। ਹੁਣ ਦੁਨੀਆ ਦਾ ਬੈਸਟ ਚੀਜ਼ ਨੂੰ ਛੱਡ ਕੇ ਅਸੀਂ ਕਿਸੇ ਹੋਰ ਚੀਜ਼ ਦੇ ਮਗਰ ਤੁਰ ਪਏ ਹਾਂ। ਸੋ ਇਹ ਸੋਚ ਬਦਲ ਗਈ ਆ ਸਾਡੀ। ਹੁਣ ਸੋਚ ਬਾਰੇ ਜਿਹੜੀ ਆ ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਸਾਡੀ ਸੋਚ ਬਦਲ ਗਈ ਆ। Now, obviously, we were talking about Bhai Jaswant Singh Khalra at the beginning. Now, the one thing that's very, very interesting about Bhai Jaswant Singh Khalra's what's known as disappearance, although the whole Sikh Qaum regards it as a Shahidi, but as people will brand it as a disappearance, the Indian government still brands it as a disappearance. When you look at the Amnesty International report that was created by Amnesty International, which is the biggest human rights legislation in the whole world, you can have a look at their report where they say that the Indian government has actually made a mockery of themselves. And you can have a look at the report. It's available online, Amnesty International. When you have a look at their kind of concept of how they did things, it's very, very clear. They very, very clearly say India has made a mockery of democracy by this disappearance of Bhai Jaswant Singh Khalra. So it's very, very interesting that ਲੋਕਾਂ ਨੂੰ ਸਮਝ ਲੱਗ ਗਈ ਹੈ। Amnesty International, that is regarded as a internationally highest human rights organization, they have clearly said that India has made a mockery out of this. Yet ਹਾਲੇ ਤੱਕ ਅਸੀਂ ਆਪ ਸ਼ੰਕੇ ਕਰੀ ਜਾਂਦੇ ਆ ਇਸ ਗੱਲ ਦੇ ਉੱਤੇ ਕਿ ਸ਼ਾਇਦ ਉਹਨਾਂ ਨੂੰ ਚੱਕਿਆ ਜਾਂ ਸ਼ਾਇਦ ਉਹ ਬਾਹਰ ਰਹਿ ਰਹੇ ਆ। I've had crazy comments from people, some people saying that Bhai Jaswant Singh Khalra is living in Canada. Silly things like that can't even be possible, that don't even make any sense. It's very, very clear that they were, picked up, possibly murdered. Everyone's saying that that KPS Gill and a few others were involved, Kuldeep Singh and Ajit Singh. Sandawalia was involved as well. There's so many people involved in the way in which Bhai Jaswant Singh Khalra was taken from his home, killed, and left for dead in a sense. And even Amnesty International
the greatest human rights organization in the world, they recognize it. But ਅਸੀਂ ਕਿਉਂ ਨਹੀਂ recognize ਕਰਦੇ ਇਸ ਗੱਲ ਨੂੰ? In fact, they very clearly say that by international standards, the UN Declaration on the Protection of All Persons from Enforced Disappearance states that an act of enforced disappearance, so ਇਹਦਾ ਮਤਲਬ ਇਹ ਆ that they're saying that ਜੇ ਕੋਈ ਬੰਦੇ ਨੂੰ ਤੁਸੀਂ ਚੁੱਕਣਾ ਵੀ ਹੋਵੇ ਘਰ ਨੂੰ ਤੇ ਉਹਦਾ ਵੀ ਪ੍ਰੋਸੀਜਰ ਆ, ਉਹ ਵੀ ਦੱਸ ਰਹੇ ਆ ਕਿ ਉਹਦਾ ਵੀ ਇੱਕ ਪ੍ਰੋਸੀਜਰ ਆ, ਤੁਸੀਂ ਐਵੇਂ ਨਹੀਂ ਚੱਕ ਸਕਦੇ ਕਿਸੇ ਨੂੰ, ਉਹਦਾ ਵੀ ਕਹਿੰਦੇ ਆ ਪ੍ਰੋਸੀਜਰ ਆ। ਉਹ ਕਹਿੰਦੇ constitutes a violation of the rules of international law, guaranteeing inter alia and the right to recognize a person before the law, the right to liberty and security of the person, the right to not be subjugated to torture and any other cruel, inhumane or degrading treatment or punishment. It also violates or constitutes a grave threat to the right to life, thereby defining the gravity of offence on disappearance. So very, very clearly, it's been made very, very clear that this whole concept, whether it's the UAPA, whether it's the laws of Tada that were enforced during Chirasi, you know, whether all the other names that they gave to the same law where, you know, where the police was allowed to arrest anyone without any saboot, without anything, they could arrest them, keep them in police remand for no reason, you know, that was by international law, by, you know, the United Standards of all the countries, that was illegal. So, you know, these kind of things are being done by the world's largest democracy. You know, world's largest democracy is doing something like that, and ਅਸੀਂ ਸਾਰੇ ਜਣੇ ਚੁੱਪ ਬੈਠੇ ਆ। You know, this is the kind of system ਜਿਹੜਾ ਹੁਣ ਖਰਾਬ ਹੋ ਗਿਆ ਹੈ ਇੰਡੀਆ ਦੇ ਵਿੱਚ। You know, I'm not saying that, you know, we need to make our own ਦੇਸ਼ and we need to do this, we need to do that. I'm saying ਜੇ ਅਸੀਂ ਬਣਾਉਣਾ ਆ ਹਨਾ, ਤਾਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਆਪ ਇਹ ਚੀਜ਼ਾਂ ਜਿਹੜੀਆਂ ਸਮਝਣੀਆਂ ਚਾਹੀਦੀਆਂ। ਸਾਨੂੰ ਇਹ ਜਿਹੜੀਆਂ ਚੀਜ਼ਾਂ ਆ, ਅਸੀਂ ਇਹ ਨਹੀਂ ਕੱਢ ਕੇ ਲਿਆਉਂਦੇ ਆ, ਇਹ ਤਾਂ ਗੋਰਿਆਂ ਨੇ ਆਪ ਲਿਖਿਓ ਆ ਸਾਡੇ ਲਈ। That they've written this for us. There's a whole report. You can have a look at it online. It's available on the Amnesty International website. And they very clearly highlighted that what happened to Jaswant Singh Khalra was not allowed. It was against the law. And in fact, what he was doing was undermining and completely destroying the government from the inside, because he had figured out all their schemes and he had been exposing their schemes. So it's very, very interesting how these kind of things are put in place. But again, the only way we can start learning about this stuff is if we actually pakke in ourselves first. ਸਾਡੇ ਆਪਣੇ ਮਨਾਂ 'ਚ ਪਹਿਲਾਂ ਪੱਕਾਨess ਹੋਣਾ ਚਾਹੀਦਾ. We should be strong in ourselves first. ਸਾਡੀ ਸਿੱਖੀ ਜਿਹੜੀ ਆ ਉਹ strong ਹੋਣੀ ਚਾਹੀਦੀ ਆ. So as promised, we have a video ready for you by Jaswant Singh Khalra. Really, it's the starting of their speech, and then it's also the answer to this question, right? So this answer to the main question of this program, which is, you know, how did the Khalsa Panth remain to stand up to the darkness, and how will it do it in the future? You know, he's very, very eloquently answered this whole thing without me having to say anything. So let's watch this video. ਅਸੀਂ video ਦੇਖਦੇ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ। एक लघु कथा है कि जब सूरज पहली बार अस्तन लगा सी, तो ज्यों-ज्यों वो अपना पंध मुका रहा सी, चानन घट रहा सी, चानन घट रहा सी, हनेरे दी आमद दे निशान प्रगट हो रहे सी। तो कहते हैं लोगों च हाहाकार मच रही सी कि सूरज छिप जाऊगा, हनेरा पसर जाऊगा, किसी नूं कुछ दिसू ना, तो साडा की बनूगा। दुनिया फिक्रमंद सी, पर सूरज अस्त्या। हनेरे ने अपना जोर विखाउण लई धरती ते पैर पाया, पर कहते दूर किसी झोंपड़ी चों एक दीपक ने सिर चुकया। उसने कहा कि मैं हनेरे नूं चैलेंज करदा, होर कुछ नहीं तो अपने आले दुआले तो मैं इसनूं नहीं लागे लगन देंगा, अपने आले दुआले तो चानन कायम करांगा। तो उस दीपक नूं देख के कहंदे हर झुग्गी झोंपड़ी च एक दीपक उठिया।
ਤੇ ਦੁਨੀਆ ਹੈਰਾਨ ਰਹਿ ਗਈ ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਪਸਰਨੋਂ ਰੋਕਿਆ ਤੇ ਲੋਕ ਦੇਖ ਸਕੇ। ਤੇ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ, ਤਾਂ ਹੋਰ ਕੁਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਹੈ। ਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ। ਮੇਰੇ ਭਰਾਓ, ਗੁਰੂ ਪਾਸ ਅਰਦਾਸ ਕਰੋ ਕਿ ਸੱਚੀਆਂ ਅਸੀਂ ਅਣਖੀਲੇ ਬਣੇ ਰਹੀਏ। ਜਿਸ ਕੰਮ ਲਈ ਸਾਨੂੰ ਸਾਜਿਆ ਗਿਆ ਸੀ ਉਹਦੇ ਤੇ ਪਹਿਰਾ ਦੇ ਸਕੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਗੁਰੂ ਤੋਂ ਸਭ ਕੁਝ ਮੰਗਦੇ ਆਂ, ਗੁਰੂ ਤੋਂ ਇੱਕ ਦਾਤ ਅਸੀਂ ਮੰਗਦੇ ਨਹੀਂ ਡਰਦੇ। ਗੁਰੂ ਕੋਲ ਬੜੀਆਂ ਦਾਤਾਂ ਨੇ, ਪਰ ਸਭ ਤੋਂ ਵੱਡੀ ਦਾਤ ਸਤਿਗੁਰਾਂ ਕੋਲ ਕਿਹੜੀ ਹੈ? ਸਭ ਤੋਂ ਵੱਡੀ ਦਾਤ ਦੁੱਧ ਦੀ ਨਹੀਂਗੀ, ਪੁੱਤ ਦੀ ਨਹੀਂਗੀ। ਤੇ ਗੁਰੂ ਹੁਣ ਗੱਦੀ ਵੀ ਕਿਸੇ ਨੂੰ ਨਹੀਂ ਦਿੰਦੇ, ਕਿਸੇ ਸਾਧ ਨੂੰ ਹੁਣ ਉਹ ਗੁਰੂ ਨਹੀਂ ਬਣਾ ਸਕਦੇ। ਗੁਰੂ ਨੇ ਜਦ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ ਤਾਂ ਉਹਦੇ ਕੋਲ ਇੱਕ ਵਿਸ਼ੇਸ਼ ਦਾਤ ਸੀ ਜਿਹੜੀ ਜਿਹੜਾ ਮਰਜ਼ੀ ਸਿੱਖ ਲੈ ਸਕਦਾ ਹੈ। ਤੇ ਉਸ ਵਿਸ਼ੇਸ਼ ਦਾਤ ਨੂੰ ਗੁਰਾਂ ਦੇ ਤੋਂ ਬਾਅਦ ਸਿੱਖਾਂ ਨੇ ਇੰਨਾ ਸਤਿਕਾਰ ਕੀਤਾ ਹੈ। ਤੇ ਉਹ ਵਿਸ਼ੇਸ਼ ਦਾਤ ਹੈ ਗੁਰੂ ਦੇ ਕੋਲ ਹੈ, ਉਹ ਹੈ ਸ਼ਹਾਦਤ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ ਉਹ ਗੁਰੂ ਤਾਂ ਨਹੀਂ ਬਣਦੇ, ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੋਕ ਬਣਦੇ ਨੇ। ਤੇ ਮੈਂ ਇਹ ਆਸ ਕਰਦਾ ਹਾਂ, ਮੈਂ ਕੋਈ ਸਿਆਸੀ ਲੀਡਰ ਤਾਂ ਹੈ ਨਹੀਂ ਕਿ ਕੋਈ ਸਿਆਸੀ ਲਾਈਨ ਜਾਂ ਸਿਆਸੀ ਪੈਂਤੜਾ ਕਰ ਸਕਾਂ। ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਜ਼ਰੂਰ ਕਹੂੰਗਾ, ਖਾਲਸਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ, ਦੁਨੀਆ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ ਸਾਜਿਆ ਗਿਆ ਸੀ। ਤੇ ਜੇ ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕਿਓ ਤਾਂ ਦੁਨੀਆ 'ਚ ਤੁਸੀਂ ਖਾਲਸੇ ਦੀ ਡੈਫੀਨੇਸ਼ਨ ਕੁਝ ਵੀ ਨਹੀਂ ਦੇ ਸਕੋਗੇ। ਉੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਤਿਗੁਰ ਤੋਂ ਲੈਣਾ ਹੀ ਨਾ ਸਿੱਖੋ, ਸਤਿਗੁਰ ਤੋਂ ਕੁਛ ਜੋ ਤੁਹਾਨੂੰ ਹਦਾਇਤ ਹੋਈ ਆ ਉਹ ਵੀ ਪੂਰੀ ਕਰਨੀ ਸਿੱਖੋ। ਸਾਰਾ ਕੁਛ ਇਹਦੇ ਵਿੱਚ ਆ ਜਾਊਗਾ, ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਵਾਕਈ ਸੰਗਤ ਜੀ, ਇਹ ਚੀਜ਼ਾਂ ਸਾਨੂੰ ਜ਼ਰੂਰ ਸੋਚਣੀਆਂ ਚਾਹੀਦੀਆਂ। ਭਾਈ ਜਸਵੰਤ ਸਿੰਘ ਖਾਲੜੇ ਦੇ ਦਿਨ ਅਸੀਂ ਮਨਾਉਂਦੇ ਜ਼ਰੂਰ ਹਾਂ, ਪਰ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਉਹ ਵੀ ਉਹਦੇ ਉੱਤੇ ਵੀ ਸਾਨੂੰ ਜਿਹੜਾ ਪਹਿਰਾ ਦੇਣਾ ਚਾਹੀਦਾ। ਉਹਨਾਂ ਨੇ ਆਪ ਇਹ ਗੱਲ ਕਹੀ ਆ ਕਿ ਜਿਹੜੀਆਂ ਚੀਜ਼ਾਂ ਤੁਸੀਂ ਮੰਗਦੇ ਆ ਉਹ ਜ਼ਰੂਰ ਬਹੁਤ ਵਧੀਆ ਆ, ਪਰ ਜਿਹੜਾ ਤੁਹਾਨੂੰ ਉਸ ਗੁਰੂ ਤੋਂ ਫਿਰ ਹੁਕਮ ਮਿਲਿਆ ਆ ਉਹ ਵੀ ਉਹਦੇ ਉੱਤੇ ਵੀ ਚੱਲਣਾ ਜਿਹੜਾ ਆ ਉਹ ਵੀ ਸਾਡਾ ਬਣਦਾ ਆ। ਫਿਰ ਸਾਡਾ ਫਰਜ਼ ਇਹ ਬਣਦਾ ਆ ਕਿ ਅਸੀਂ ਖਾਲਸੇ ਪੰਥ ਦੇ ਜਿਹੜੀ ਮਰਿਆਦਾ ਹੈ, ਸਿੱਖ ਕੌਮ ਦੀ ਜਿਹੜੀ ਮਰਿਆਦਾ ਆ ਉਸ ਦੇ ਉੱਤੇ ਫਿਰ ਅਸੀਂ ਚੱਲੀਏ। ਅਸੀਂ ਇਹ ਨਾ ਕਰੀਏ, ਲੈਟਸ ਨਾਟ ਡੂ ਦਿਸ ਪਿਕ ਐਂਡ ਚੂਜ਼ ਥਿੰਗ ਦੈਟ ਵੀ ਡੂਇੰਗ ਨਾਓ ਡੇਜ਼, ਕਿ ਅਸੀਂ ਕਿਧਰੋਂ ਪਾਸੇ ਵੀ ਕੋਈ ਵੀ ਚੀਜ਼ ਚੱਕ ਲਈਏ, ਇੱਧਰੋਂ ਕੁਛ ਹੋਰ ਚੱਕ ਲਿਆ, ਕ੍ਰਿਸਚੀਅਨ ਧਰਮ ਤੋਂ ਕੁਛ ਚੱਕ ਲਿਆ, ਹਿੰਦੂਇਜ਼ਮ ਤੋਂ ਕੁਛ ਚੱਕ ਲਿਆ, ਇਸਲਾਮ ਤੋਂ ਕੁਛ ਚੱਕ ਲਿਆ, ਵੀ ਡੂਇੰਗ ਦੈਟ ਨਾ। ਹੁਣ ਅਸੀਂ ਪੰਥ ਨੂੰ ਅਸੀਂ ਮਿਕਸ ਸਬਜ਼ੀ ਬਣਾ ਦਿੱਤੀ ਆ। ਹੁਣ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਸਾਡਾ ਪੰਥ ਕੀ ਸੀਗਾ ਪਹਿਲਾਂ, ਹੁਣ ਅਸੀਂ ਪੰਥ ਨੂੰ ਕੀ ਬਣਾ ਦਿੱਤਾ। ਇਹ ਡਿਫਰੈਂਸ ਦੇਖੋ ਤੁਸੀਂ ਪੰਥ ਦੇ ਵਿੱਚ ਇੱਦਾਂ ਹੁੰਦਾ ਸੀ ਪਹਿਲਾਂ ਦਾ ਐਜੂਕੇਸ਼ਨ ਵਾਜ਼ ਐਟ ਦ ਨੰਬਰ 1, ਪੰਜਾਬ ਵਾਜ਼ ਐਟ ਦ ਨੰਬਰ 1। ਹੁਣ ਨਾ ਪੰਜਾਬ ਟੌਪ 'ਤੇ ਆ, ਨਾ ਸਾਡੀ ਉੱਥੇ ਐਜੂਕੇਸ਼ਨ ਟੌਪ 'ਤੇ ਆ, ਨਾ ਸਾਡਾ ਹੈਲਥ ਕੇਅਰ ਉੱਥੇ ਟੌਪ ਦਾ ਆ, ਨਾ ਉੱਥੇ ਰੋਜ਼ ਦਾ ਉੱਥੇ ਕ੍ਰਾਈਮਸ ਹੁੰਦੇ ਆ। ਸੋ ਇਹ ਤੁਸੀਂ ਦੇਖੋ ਕਿ ਕਿੱਥੇ ਸਾਡਾ ਜਿਹੜਾ ਆ ਇਹ ਸੋਚ ਜਿਹੜੀ ਆ ਗਿਰ ਚੁੱਕੀ ਆ, ਅਤੇ ਉਹਦੇ ਨਾਲ ਕਿੱਥੇ ਸਾਡਾ ਪੰਜਾਬ ਜਿਹੜਾ ਆ ਉਹ ਗਿਰ ਚੁੱਕਾ ਆ। ਹੁਣ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਉਹਨੂੰ ਪਹਿਲਾਂ ਸਟਰੋਂਗ ਕਰੀਏ। ਸਟਰੋਂਗ ਕਿੱਦਾਂ ਕਰੀਏ? ਪਹਿਲਾਂ ਸਾਨੂੰ ਆਪਣੇ ਆਪ ਦੇ ਵਿੱਚ ਪਹਿਲਾਂ ਸਟਰੋਂਗ ਹੋਣਾ ਚਾਹੀਦਾ। ਇੱਕ ਬੁੱਕ ਬਾਰੇ ਅਸੀਂ ਗੱਲ ਕਰਾਂਗੇ, ਸਾਰੀ ਗੱਲ ਨਹੀਂ ਵੈਸੇ ਕਲੀਅਰਲੀ ਆਪਾਂ ਕਰ ਸਕਦੇ ਹਾਂ। ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਵੱਲੋਂ ਇਹ ਜਿਹੜੀ ਬੁੱਕ ਆ ਤਿਆਰ ਕੀਤੀ ਗਈ ਸੀ, ਗੁਰਿਆਈ ਪੰਥ
ਸਿੱਖ ਸੰਕਲਪ ਕੀ ਆ। ਹੁਣ ਬੜੀ ਕਲੀਅਰਲੀ ਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਕਿ ਖਾਲਸਾ ਪੰਥ ਜਿਹੜਾ ਆ ਇਹ ਨਾ ਤਾਂ ਕੋਈ ਖ਼ਤਮ ਕਰਨ ਵਾਲਾ ਜਿਹੜਾ ਜੰਮਿਆ ਆ ਤੇ ਨਾ ਕੋਈ ਖ਼ਤਮ ਕਰ ਸਕਦਾ, ਕਿਉਂਕਿ ਆਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਖਾਲਸਾ ਪੰਥ ਸਾਜਿਆ। ਸਾਡੀ ਭਾਸ਼ਾ, ਲਿਪੀ, ਖਿਆਲ ਤੇ ਚੇਤਨ ਦੀ ਉਡਾਰੀ ਵਿੱਚ ਨਾ ਕੋਈ ਸਾਡਾ ਵੱਖਰਾ ਕਿਰਦਾਰ ਕਰਕੇ, ਵੱਖਰਾ ਸੱਭਿਆਚਾਰ ਕਰਕੇ ਸਾਡਾ ਜਿਹੜਾ ਇਹ ਪੰਥ ਆ ਇਹ ਕਦੇ ਨਹੀਂ ਕੋਈ ਡਿਸਟਰੋਏ ਕਰ ਸਕਦਾ। ਸਾਡਾ ਜਿਹੜਾ ਪੰਥ ਆ ਇਟਸ ਐਗਜ਼ੈਕਟਲੀ ਦ ਸੇਮ ਐਜ਼ ਦ ਐਡਮਸ ਸਟੋਨ, ਵੀ ਨਾਟ ਸਮਥਿੰਗ ਦੈਟ ਵਿਲ ਬੀ ਡਿਸਟਰੋਇਡ। ਹਾਊਐਵਰ ਸਾਡੇ ਪੰਥ ਦੇ ਵਿੱਚ ਪਹਿਲਾਂ ਅਸੀਂ ਨਾ ਡਿਸਟਰੋਏ ਕਰ ਦਈਏ, ਕਿਉਂਕਿ ਸਿੱਖ ਕੌਮ ਜਿਹੜੀ ਆ ਉਹ ਕਦੇ ਤਲਵਾਰਾਂ ਨਾਲ ਨਹੀਂ ਮਰੀ, ਨਾ ਉਹ ਤੀਰਾਂ ਨਾਲ ਕਦੇ ਮਰੀ, ਨਾ ਉਹ ਬੰਦੂਕਾਂ ਨਾਲ ਮਰੀ। ਜੇ ਮਰੀ ਤਾਂ ਸਿਰਫ ਗੱਦਾਰਾਂ ਕਰਕੇ ਮਰੀ ਆ। ਸੋ ਸਾਨੂੰ ਇਹ ਬਾਰੇ ਜਿਹੜੀ ਆ ਇਹ ਇੱਦਾਂ ਦੀਆਂ ਜਿਹੜੀਆਂ ਗੱਲਾਂ ਆ ਇਹਦੇ ਬਾਰੇ ਸਾਨੂੰ ਜਿਹੜੀਆਂ ਸੋਚਣੀਆਂ ਚਾਹੀਦੀਆਂ ਕਿ ਸਾਡੇ ਜੇ ਪੰਥ ਦੇ ਵਿੱਚ ਗੱਦਾਰ ਆ ਤਾਂ ਫਿਰ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਪਛਾਣ ਲਈਏ ਤੇ ਕਿਸ ਤਰ੍ਹਾਂ ਅਸੀਂ ਖਾਲਸਾ ਪੰਥ ਨੂੰ ਹੋਰ ਅਸੀਂ ਜਿਉਂਦਾ ਰੱਖੀਏ। ਸੋ ਸੰਗਤ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਮਾਪਤੀ ਵੱਲ ਵੱਧ ਰਿਹਾ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਿਆ ਕਰੋ। ਅਸੀਂ ਟਰਾਈ ਕਰਦੇ ਹੁੰਦੇ ਹਾਂ ਕਿ ਐਵੀਡੈਂਸ ਦੇ ਆਧਾਰ 'ਤੇ ਅਸੀਂ ਗੱਲ ਕਰੀਏ। ਭਾਈ ਜਸਵੰਤ ਸਿੰਘ ਖਾਲੜਾ ਨੂੰ ਇਹ ਥੋੜ੍ਹਾ ਜਿਹਾ ਟ੍ਰਿਬਿਊਟ ਵੀ ਸੀਗਾ, ਪਰ ਬੇਨਤੀ ਆ ਕਿ ਜੇ ਤੁਸੀਂ ਸੱਚੀ ਸ਼ਰਧਾਂਜਲੀ ਇਹਨਾਂ ਸਿੰਘਾਂ ਨੂੰ ਦੇਣਾ ਚਾਹੁੰਦੇ ਆ, ਭਾਵੇਂ 84 ਦੇ ਸਿੰਘ ਹੋਣ, ਭਾਵੇਂ ਉਹ ਦਰਬਾਰ ਸਾਹਿਬ ਦੇ ਸਿੰਘ ਹੋਣ, ਭਾਵੇਂ ਕਿ ਉਹ ਸ਼ਹੀਦ ਸਿੰਘ ਹੋਣ ਪੁਰਾਤਨ, ਤਾਂ ਫਿਰ ਸਾਨੂੰ ਪਹਿਲਾਂ ਉਹਨਾਂ ਦਾ ਜਿਹੜਾ ਰੂਪ ਸੀਗਾ, ਉਹਨਾਂ ਦਾ ਜਿਹੜਾ ਜੀਵਨੀ ਸੀਗਾ ਉਹ ਧਾਰਨ ਕਰਨਾ ਚਾਹੀਦਾ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜਾ ਲੜ ਲੱਗ ਕੇ ਸਾਨੂੰ ਗੁਰੂ ਦੀ ਜਿਹੜੀ ਪੰਥ ਦਾ ਜਿਹੜਾ ਦਰਜਾ ਸੀਗਾ ਉਹ ਮੁਰਦਵਾਰ ਕੌਮ ਦੇ ਵਿੱਚ ਲਿਆਉਣਾ ਚਾਹੀਦਾ। ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਮਿਲਦੇ ਤੁਹਾਨੂੰ ਨੈਕਸਟ ਵੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले